अस्सलाम वालेकुम नज़र चांद ਤੁਹਾਡੇ ਨਾਲ ਅਮਰੀਕਾ ਤੋਂ ਰਾਬਤੇ 'ਚ ਇਸ ਵਕਤ ਬਾਹਰ ਦਰਜਾ ਹਰਾਰਤ ਇੱਥੇ 29 ਡਿਗਰੀ ਸੈਂਟੀਗ੍ਰੇਡ ਹੈ। ਇਸ ਸਾਲ ਦਾ 2026 ਦਾ ਇਹ ਗਰਮ ਤਰੀਨ ਦਿਨ ਹੈ। 14 ਅਪ੍ਰੈਲ ਹੈ ਔਰ जनाब साहब मंगल है। 84 डिग्री फ़ारेनहाइट है और 2:35 ਹੋਏ ਨੇ। ਅੱਜ ਮੈਂ ਜ਼ਰਾ ਉਹ ਕਲੀਨਿਕ ਚਲਾ ਗਿਆ ਸੀ ਬੇਟੀ ਦੀ ਕੋਈ ਕਲੀਨਿੰਗ ਦੰਦਾਂ ਦੀ। ਮੈਂ ਸੋਚ ਰਿਹਾ ਸੀ ਕਿ ਪਾਕਿਸਤਾਨ 'ਚ ਵੀ ਇਹਦਾ ਲੱਖ 2 ਲੱਖ ਬਿੱਲ ਬਣ ਜਾਂਦਾ ਆ। ਕਲੀਨਿੰਗ ਇੱਕ ਵਾਰੀ ਮੈਂ ਕਰਾਈ ਸੀ 10,000 ਲੈ ਲਿਆ ਸੀ, ਫਿਰ ਕਰਾਊਨ ਸੀ ਮੇਰਾ ਇਹਦੇ 'ਚ। ਖੈਰ, ਅੱਜ ਮੈਨੂੰ ਬੜੀ ਖੁਸ਼ੀ ਇਸ ਚੀਜ਼ ਦੀ ਹੈ ਕਿ ਮੈਂ 8ਵੀਂ ਮੰਜ਼ਲ ਤੋਂ ਵਲੌਗਿੰਗ ਕਰਦਾ ਹਾਂ। ਮੈਂ 8ਵੀਂ ਮੰਜ਼ਲ ਤੇ ਪਲੇਸਡ ਹੈ। ਲੋਕ ਕਾਫੀ ਸਾਰੇ ਸੁਣਨ ਵਾਲੇ ਬੇਸਮੈਂਟ ਤੇ ਨੇ। ਬੜਾ ਮੁਸ਼ਕਲ ਹੋ ਰਿਹਾ ਸੀ। ਨਾ ਮੈਂ ਕਹਿੰਦਾ ਸੀ ਕਿ ਜੀ ਮੈਨੂੰ ਸਬਸਕ੍ਰਾਈਬ ਕਰੋ, ਨਾ ਮੈਂ ਚੈਨਲ ਮੋਨੇਟਾਈਜ਼ ਕੀਤਾ ਹੈ ਔਰ ਨਾ ਹੀ ਮੈਂ ਕਿਸੇ ਦੇ ਕਹਿਣੇ ਤੇ ਕੰਟੈਂਟ ਚੇਂਜ ਕਰਦਾ ਹੈ। ਕੱਲ ਵੀ ਇੱਕ ਮੇਰੇ ਬੈਚਮੇਟ शकील नकवी साहब ने सेंतो ने किया कि सर उर्दू में किया करें। और मेरे अपना ही एक तबीयत है, मर्जी है, एक फ्लो है ਜਿਹਦੇ 'ਚ ਮੈਂ ਚੱਲ ਰਿਹਾ ਹੁੰਦਾ ਔਰ ਜਿਹਦੇ 'ਚ ਮੈਂ ਖੁਸ਼ ਵੀ ਰਹਿੰਦਾ ਹਾਂ। 8ਵੀਂ ਮੰਜ਼ਿਲ ਵਾਲੇ ਨੂੰ ਵੀ ਸੁਣਨ ਲਈ 50,000 ਹੋ ਗਏ। ਮੈਂ ਸੋਚ ਰਿਹਾ ਸੀ ਚਲੋ ਜੀ, ਫੇਸਬੁੱਕ ਤੇ ਵੀ ਤਕਰੀਬਨ 50,000 ਹੋਣੇ ਵਾਲੇ ਆ। ਉਹ ਅੱਗੇ ਪਿੱਛੇ ਹੋ ਜਾਂਦਾ ਥੋੜੇ ਜਿਹੇ। ਮੈਂ ਉਹ ਫੌਜੀ ਜਦੋਂ ਲਾਉਂਦਾ ਹੈ ਨਾ ਉਹਦੀਆਂ ਕਾਰਟੂਨ ਮਨੀਰ ਮਿਸਤਰੀ ਸੂਅਰ ਤੇ ਵਰਦੀ ਦੇ ਨਾਲ, ਤੇ ਉਹਦੇ ਤੋਂ ਫੇਸਬੁੱਕ ਵਾਲੇ ਬੜੇ ਉਲਝਦੇ ਆ। ਉਹ ਮੇਰੀ ਪ੍ਰਮੋਸ਼ਨ ਰੋਕ ਦਿੰਦੇ ਆ। ਨਹੀਂ ਤਾਂ ਹੁਣ ਤੱਕ ਮੈਂ ਉੱਥੇ ਲੱਖ ਤੋਂ ਉੱਤੇ ਚਲਾ ਗਿਆ ਹੋਇਆ ਸੀ। ਖੈਰ, ਆਉਂਦੇ ਹਾਂ ਖਬਰਾਂ ਦੀ ਤਰਫ। ਅੱਜ ਇੱਕ ਤੇ ਅੱਛਾ ਹੋਇਆ ਕਿ ਅਲੀਮਾ ਖਾਨ ਨੇ ਇੱਕ ਹੋਰ ਰਸਤਾ ਇਖਤਿਆਰ ਕੀਤਾ ਉੱਥੇ ਪਹੁੰਚਣੇ ਦਾ। ਨਹੀਂ ਤੇ ਪਿੱਛੇ ਰੋਕ ਲੈਂਦੇ ਸੀ, ਕਹਿੰਦੇ ਸੀ ਜੀ ਇਹ ਤੇ ਆਉਂਦਾ ਹੀ ਨਹੀਂ ਸਾਡੇ ਕੋਲ। ਉਹ ਇੱਕ ਹੋਰ ਸਾਈਡ ਤੋਂ ਗੇਟ ਨੰਬਰ 5 ਤੇ ਪਹੁੰਚ ਗਏ। ਲੇਕਿਨ ਉਹਨਾਂ ਬਦਮਾਸ਼ਾਂ ਨੇ ਉਹੀ ਕਰਨਾ ਸੀ ਜੀ ਉਹਨਾਂ ਨੇ। ਖੈਰ, ਬੜੀ ਅਫਸੋਸ ਇਹ ਹੁੰਦਾ ਕਿ ਲੋਕ ਉੱਥੇ ਇਕੱਠੇ ਨਹੀਂ ਹੁੰਦੇ, ਲੋਕ ਨਾਲ ਨਹੀਂ ਹੈ। ਔਰ ਇਮਰਾਨ ਖਾਨ ਅਨਨੈਸੈਸਰੀਲੀ ਸਫਰ ਕਰਨ ਦੇ ਹੈ ਬਿਕੋਜ਼ ਆਫ ਕਾਦੀਆਨੀਆਂ ਦੇ ਨਾਲ ਪੰਗੇ। ਕਾਦੀਆਨੀਆਂ ਦੇ ਨਾਲ ਇਹ ਪਿਛਲੇ ਦਿਨਾਂ ਤੋਂ ਮੈਂ ਜਿਹੜਾ ਤੁਹਾਨੂੰ ਸਹੂਨੀ ਹਿੰਦੂ ਔਰ ਕਾਦੀਆਨੀ ਕਾਰਡ ਤੇ ਤਸਕਰਾ ਕਰ ਰਿਹਾ ਨਾ, ਇਹ ਇੱਕ ਹੀ ਪੇਜ ਤੇ ਇੱਕ ਹੀ ਬਦਮਾਸ਼ ਹੈ। ਸੀਕ੍ਰੇਟ ਸੁਸਾਇਟੀਜ਼ ਨੇ ਤਿੰਨੋਂ। ਕੱਲ ਮੈਂ ਟਰੰਪ ਤੇ ਡਾਕੂਮੈਂਟਰੀ ਦੇਖ ਰਿਹਾ ਸੀ, ਤੁਸੀਂ ਵੀ ਜ਼ਰੂਰ ਦੇਖਣਾ। ਸਾਲ ਪਹਿਲਾਂ ਇੱਕ ਲੜਕੇ ਨੇ ਬਣਾਈ ਹੈ, ਬਹੁਤ ਜ਼ਬਰਦਸਤ। ਆਈ ਥਿੰਕ ਟਰੰਪ ਆਲਸੋ ਹੈਲਪਡ ਇਨ ਮੇਕਿੰਗ दैट ਡਾਕੂਮੈਂਟਰੀ। ਇਹਦਾ ਬਚਪਨ ਤੋਂ ਔਰ ਨਿਊਯਾਰਕ ਤੋਂ ਔਰ ਇਹਦੇ ਸਾਰੇ he went very well. The man has lot of confidence. The man is witty. The man knows how to navigate in the corporate world into materialistic system. I give him full marks for that. ਪਾਸ ਉੱਥੋਂ ਆ ਕੇ ਗਿਆ ਇਸਰਾਈਲੀਆਂ ਦੇ ਹੱਥ। ਮੈਂ ਤੁਹਾਨੂੰ ਦੱਸਦਾ ਕਿਸ ਤਰ੍ਹਾਂ। ਸਟੀਵ ਬੈਨਨ ਵਗੈਰਾ ਇਹਦੇ ਨਾਲ ਹੁੰਦੇ ਸੀ, ਠੀਕ ਹੈ ਜੀ। ਔਰ 2012 ਚ ਮਿਟ ਰੋਮਨੀ ਦੇ ਨਾਲੇ ਵੀ ਰਿਪਬਲਿਕਨ ਵੱਲੋਂ ਖੜਾ ਸੀ। ਇਹਦਾ ਕੋਈ ਸਹੂਨੀ ਕੰਟੈਕਟ ਐ ਸੱਚ ਸੀ ਨਹੀਂ। ਗਾਲਿਬਨ ਜਾਰੇਡ ਕ੍ਰਿਸ਼ਨਰ ਇਹਦਾ ਦਾਮਾਦ ਬਣ ਚੁੱਕਿਆ ਹੋਇਆ ਸੀ। ਓਬਾਮਾ ਦੂਸਰੀ ਵਾਰੀ ਰਨ ਕਰ ਰਿਹਾ ਸੀ। ਹੀ ਹੈਡ ਅ ਬੈਟਰ ਚਾਂਸ। ਤੇ ਇਹਨੂੰ 2002 ਤੋਂ ਹੀ ਖਾਹਿਸ਼ ਸੀ ਟੂ ਬੀ ਪ੍ਰੈਜ਼ੀਡੈਂਟ ਆਫ ਦ USA। 2016 ਚ ਵੈਲ ਪੋਇਸ ਸੀ। ਇਹ ਗੱਲ ਟਰੂ ਹੈ ਕਿ 7 ਅਮਰੀਕਨ ਪ੍ਰੈਜ਼ੀਡੈਂਟਸ ਰਹੇ ਜਿਨ੍ਹਾਂ ਨੂੰ ਇਹ ਕਹਿੰਦਾ ਆ ਕਿ ਡਿਡ ਨਾਟ ਹੈਵ ਦ ਕਰੇਜ। 7 ਅਮਰੀਕਨ ਪ੍ਰੈਜ਼ੀਡੈਂਟਸ ਤੋਂ ਪਹਿਲਾਂ ਟੂ ਅਟੈਕ ਇਰਾਨ। ਬੇਸਿਕਲੀ ਉਹ ਸਹੂਨੀਆਂ ਦੇ ਪਿੱਛੇ ਨਹੀਂ ਲੱਗੇ। ਅੱਛਾ ਜੀ, ਸੋ ਐਸਟੈਬਲਿਸ਼ਮੈਂਟ ਵਾਜ਼ ਵਿਦ, ਗੌਰ ਨਾਲ ਸੁਣੋ, ਵਾਜ਼ ਵਿਦ ਹਿਲਰੀ ਕਲਿੰਟਨ, ਠੀਕ ਹੈ ਨਾ ਜੀ। ਔਰ Trump was odd man out, ਸਿਰਫ ਜ਼ਾਇਨਿਸਟ ਕੈਪੀਟਲਿਸਟ ਜ਼ਾਇਨਿਸਟ ਬਿਲੀਅਨਰਸ ਇਹਨੂੰ ਸਪੋਰਟ ਕਰ ਰਹੇ ਸੀ। ਔਰ ਜੈਰਡ ਵਗੈਰਾ ਨੇ ਯੂਥ ਔਰ ਬੜੀ ਵਰਕਆਊਟ ਬੇਸ ਲੈਵਲ ਤੇ ਕੀਤਾ to get on to it. And surprisingly, matlab, he won it. He won the election. Establishment was not with him. In came 2020. Establishment again not with him. धांधली की थी। Zionist capitalists again with him. ठीक है जी। And billionaires again Biden जीत गया।
बाइडन ने गाजा वाला एपिसोड कामला और बाइडन ने मुंह काला करन ਲਈ ਕੀਤਾ ईरान ਲਈ ਉਹ ਤਦ ਵੀ ਨਹੀਂ ਮੰਨੇ 2024 elections again establishment was not with him deep state was not supporting him ਇਹ ਮੈਂ ਤੁਹਾਨੂੰ ਕਰੈਕਟ ਗੱਲਾਂ ਦੱਸ ਰਿਹਾ after reading lot of material on this presidential elections और ਸਾਰੀ ਬਕਵਾਸ again not with him ਠੀਕ ਹੈ ਜੀ ਇਸੇ ਲਈ ਉਹਦੇ ਤੇ ਕੇਸਿਸ ਵਗੈਰਾ ਵੀ ਕਰਦੇ ਰਹੇ ਸਾਰਾ ਕੁਝ ਕਰਦੇ ਰਹੇ ਅਗੇਨ ਉਹ ਜ਼ਾਇਨਿਸਟ ਕੈਪੀਟਲਿਸਟ ਦੇ ਨਾਲ ਮਿਲ ਕੇ ਜ਼ਾਇਨਿਸਟ ਬਿਲੀਅਨਰਸ ਨਾਲ ਮਿਲ ਕੇ 2024 ਦੇ ਇਲੈਕਸ਼ਨ ਵਿੱਚ ਜਿੱਤਿਆ ਐਂਡ ਪਲੱਸ ਲੋਕਾਂ 'ਚ ਬੜਾ ਸੀ ਉਹਨੂੰ ਮੈਗਾ ਨੂੰ ਬੜਾ ਉਹਦਾ ਪਸੰਦ ਸੀ ਸਪੈਸ਼ਲੀ ਐਂਟੀ ਇਮੀਗ੍ਰੇਸ਼ਨ ਔਰ ਇਸਲਾਮ ਦੇ ਅਗੇਂਸਟ ਐਂਡ ਆਲ ਦੈਟ ਚੀਜ਼ਾਂ ਮੈਗਾ ਬੜਾ ਲਾਈਕ ਕਰਦੀਆਂ ਸੀ ਔਰ ਇਮੀਗ੍ਰੇਸ਼ਨ ਬਾਈਡਨ ਨੇ ਜਿਹੜੀ ਅਲਾਉ ਕੀਤੀ ਐਕਚੁਅਲੀ ਉਹਦਾ ਬਹੁਤ ਵੱਡੀ ਮਿਸਟੇਕ ਸੀ ਉਹ ਨਾ ਕਰਦਾ ਤੇ ਸ਼ਾਇਦ ਕਮਲਾ ਦਾ ਜਿੱਤਣ ਦਾ ਚਾਂਸ ਸੀ ਐਕਚੁਅਲੀ ਓਬਾਮਾ ਨੇ ਆਪਣੇ ਦੂਸਰੇ ਦੌਰ 'ਚ ਇਹਨੂੰ ਕੈਪ ਅਪ ਕਰਨ ਦੀ ਕੋਸ਼ਿਸ਼ ਓਬਾਮਾ ਨੇ ਦੂਸਰੇ ਦੌਰ 2-3 ਚੀਜ਼ਾਂ ਅੱਛੀਆਂ ਕਰ ਦਿੱਤੀਆਂ ਸੀ ਐਂਡ ਵਿੱਚ ਅਗਰ ਉਹਨੂੰ ਤੀਸਰੀ ਵਾਰੀ ਚਾਂਸ ਮਿਲਦਾ ਤੇ ਸ਼ਾਇਦ ਹੀ ਵੁੱਡ ਹੈਵ ਬੀਨ ਅ ਬੈਟਰ ਪ੍ਰੈਜ਼ੀਡੈਂਟ ਅਮਰੀਕਾ ਲਈ ਬਿਹਤਰੀ ਕਰ ਜਾਂਦਾ ਇੱਕ ਤੇ ਉਹਨੇ ਉਹ ਜਿਹੜਾ JCPO ਮੁਆਇਦਾ ਕੀਤਾ ਉਹਨਾਂ ਦੇ ਨਾਲ ਨਿਊਕਲੀਅਰ ਜ਼ਾਇਨਸ ਦੇ ਨਾਲ ਠੀਕ ਹੈ ਜੀ ਇਸਰਾਈਲ ਦੇ ਨਾਲ ਔਰ ਕੈਪ ਅਪ ਕਰਨ ਦਾ ਔਰ ਸਾਰਾ ਕੁਛ ਔਰ ਉਹਦੀ 2015 'ਚ ਕੀਤਾ ਗਾਲਬਨ 14-15 ਔਰ ਈਰਾਨ ਨੂੰ ਕੋਈ 8-9 ਅਰਬ ਡਾਲਰ ਮਿਲ ਵੀ ਗਿਆ ਜਿਹਦਾ ਟਰੰਪ ਨੇ ਮਜ਼ਾਕ ਬਣਾਇਆ ਔਰ 2018 'ਚ ਆ ਕੇ ਉਹਨੇ ਕੈਂਸਲ ਕਰ ਦਿੱਤਾ ਇਮੀਗ੍ਰੇਸ਼ਨ ਤੇ ਵੀ ਉਹਨੇ ਮੈਨੂੰ ਯਾਦ ਹੈ ਡਿਲੇ ਸਾਡਾ ਹੀ ਕੇਸ ਜਿਹੜਾ ਅਜ਼ਾਈਲਮ ਦਾ ਮੇਰੀ ਫੈਮਿਲੀ ਦਾ ਕੇਸ ਸੀ ਉੱਥੋਂ ਡਿਲੇਸ ਸ਼ੁਰੂ ਹੋਏ ਇੰਟਰਵਿਊ 2012 ਦੇ ਸਟਾਰਟ 'ਚ ਹੋ ਗਿਆ ਠੀਕ ਹੈ ਜੀ ਬਟ ਦੇ ਹੈਡ ਟੂ ਵੇਟ ਫॉर ਐਨ ਈਅਰ ਲਿਟਲ ਮੋਰ ਦੈਨ ਐਨ ਈਅਰ ਕਿ ਜੀ ਹੁਣ ਸਿਕਿਉਰਿਟੀ ਚੈੱਕਅਪਸ ਔਰ ਸਾਰਾ ਇਹਨਾਂ ਨੂੰ ਤੇ ਮਿਲ ਗਿਆ ਬਟ ਲੇਟਰ ਔਨ ਉਹਨੇ ਇੰਟਰਵਿਊਜ਼ ਟੋਟਲੀ ਡਿਲੇ ਕਰ ਦਿੱਤੇ ਔਰ ਬਹੁਤ ਘੱਟ ਕਰ ਦਿੱਤੇ ਔਰ ਕੈਪ ਲਾਣਾ ਇਮੀਗ੍ਰੇਸ਼ਨ ਤੇ ਵੀ ਸ਼ੁਰੂ ਕਰ ਦਿੱਤਾ ਸੀ ਖੈਰ ਆਂਦੇ ਆ ਦੁਬਾਰਾ ਸਹੂਨੀ ਐਲੀਮੈਂਟ ਦੀ ਤਰਫ ਟਰੰਪ 2.0 ਬਹੁਤ ਬੁਰਾ ਫਸ ਅੱਛਾ ਸਟੀਵ ਬੈਨਨ ਫੇਰ ਇਹਦੇ ਨਾਲ ਹੁਣ ਮਿਲ ਗਿਆ ਸੀ 2024 ਜਾਣ ਲਈ 2016 ਸਟੀਵ ਬੈਨਨ ਅਲੱਗ ਹੋ ਗਿਆ ਐਕਚੁਅਲੀ ਜਿਹੜੀ ਕੰਜ਼ਰਵੇਟਿਵ ਹੈ ਨਾ ਲੌਬੀ ਔਰ ਮੈਗਾ ਐਂਡ ਕੰਜ਼ਰਵੇਟਿਵਸ ਜਿਹੜਾ ਟਰੂ ਰਿਪਬਲਿਕਨ ਕਲਰ ਹੈ ਉਹਦੇ 'ਚ ਸਹੂਨੀ ਫਿਟ ਨਹੀਂ ਹੁੰਦੇ ਜ਼ਾਇਨਸ ਫਿਟ ਜੂ ਤੇ ਹੋ ਜਾਂਦੇ ਆ ਜ਼ਾਇਨਸ ਨਹੀਂ ਹੁੰਦੇ ਟਰੰਪ ਨੂੰ ਫੇਰ ਸਟੀਵ ਬੈਨਨ ਵਗੈਰਾ ਟਕਰ ਕਾਰਲਸਨ ਟੂ ਸਮ ਐਕਸਟੈਂਟ ਐਲੋਨ ਮਸਕ ਇਹਨਾਂ ਸਭ ਨੇ ਛੱਡ ਦਿੱਤਾ ਠੀਕ ਹੈ ਜੀ ਔਰ ਫਿਰ ਓਪਨਲੀ ਜੈਰਡ ਕ੍ਰੋਸ਼ਨਰ ਸਟੀਵ ਵਿਟਕੋਫ ਔਰ ਇਹ ਸਾਰੇ ਮਤਲਬ ਇਹ ਜਿਹੜਾ ਨੈਤਨਯਾਹੂ ਦੇ ਬੜੇ ਕਰੀਬੀ ਦੋਸਤ ਦਾ ਬੇਟਾ ਆ ਜੈਰਡ ਕ੍ਰੋਸ਼ਨਰ ਅੰਦਾਜ਼ਾ ਲਾਓ ਔਰ ਹੀ ਇਨਫਲੂਐਂਸਸ ਟਰੰਪ ਠੀਕ ਹੈ ਜੀ ਜ਼ਾਇਨਸ ਲੌਬੀ 'ਚ ਅੱਛਾ ਹੁਣ ਮੈਂ ਤੁਹਾਨੂੰ ਕੱਲ ਤੋਂ ਸਮਝਾ ਰਹੀ ਹਾਂ 3 ਲੌਬੀਜ਼ ਜਿਹੜੀਆਂ ਬੇਸਿਕਲੀ ਇੱਕ ਹੈ दिस इज हिंदू बाता सहूनी और कादियानी कादियानिया ने मुल्क बनाया कादियानी खुद कहते ਅਸੀਂ ਇਹ ਬਣਾਇਆ ਜੀ ਸਾਡੇ ਜਰਨੈਲ ਰਹੇ ਇਹ ਉਹ ਸਾਰਾ ਕੁਝ ਬਕਬਕ ਮੁਸਲਮਾਨ ਉਹਨਾਂ ਨੇ ਕਿਹਾ ਮੌਲਵੀ ਇਹਦੇ 'ਚ ਨਹੀਂ ਸੀ ਯੈਸ ਜਮਾਤ ਇਸਲਾਮੀ ਵਾਜ਼ਨਟ ਇਟ ਕੱਲ ਇੱਕ ਮੈਨੂੰ ਬੰਦਾ ਕਹਿੰਦਾ ਕਿ ਫਜ਼ਲੁਰ ਰਹਿਮਾਨ ਚੌਹਾਨ ਸਾਹਿਬ ਲੰਡਨ ਆਇਆ ਹੋਇਆ ਸੀ ਕੱਲ ਦਾ ਮੇਰਾ ਵੀਲੌਗ ਸੁਣ ਕੇ ਉਹਨੇ ਮੈਨੂੰ ਆਡੀਓ ਮੈਸੇਜ ਕੀਤਾ WhatsApp ਤੇ ਕਹਿੰਦਾ ਫਜ਼ਲੁਰ ਰਹਿਮਾਨ ਲੰਡਨ ਆਇਆ ਹੋਇਆ ਸੀ ਮੈਂ ਉਹਨੂੰ ਕਸਮ ਚੁਕਾ ਕੇ ਪੁੱਛਿਆ ਫਜ਼ਲੁਰ ਰਹਿਮਾਨ ਨਹੀਂ ਸੌਰੀ ਉਹਦਾ ਭਰਾ ਤਾਉਰ ਰਹਿਮਾਨ ਕਸਮ ਚੁਕਾ ਕੇ ਪੁੱਛਿਆ ਕਿ ਤੂੰ ਦੱਸ ਜ਼ਿਆਉਲ ਹਕ ਜਿਹੜਾ ਆ ਉਹ ਕਾਦੀਆਨੀ ਸੀ ਉਹਨੇ ਕਿਹਾ ਮੈਂ ਕੁਰਾਨ ਵੀ ਚੁੱਕਣ ਨੂੰ ਤਿਆਰ ਹੈ ਕਿ ਜ਼ਿਆਉਲ ਹਕ ਕਾਦੀਆਨੀ ਸੀ ਭੁੱਟੋ ਨੇ ਇਹਨਾਂ ਨੂੰ ਪਹਿਲਾਂ ਸਭ ਤੋਂ ਐਂਟੈਗਨਾਈਜ਼ ਕਾਦੀਆਨੀਆਂ ਨੂੰ ਕੀਤਾ ਨੈਸ਼ਨਲਾਈਜ਼ ਕਰਕੇ ਇਹਨਾਂ ਦੇ ਕੋਲ ਬਹੁਤ ਸਾਰਾ ਕਾਰੋਬਾਰ ਸੀ ਕਾਦੀਆਨੀਆਂ ਦੇ ਕੋਲ ਆਗਾ ਖਾਨੀ ਕੋਲ ਵੀ ਸੀ ਥੋੜੇ ਹੋਰ ਵੀ ਸੀ ਕਾਦੀਆਨੀ ਆਗਾ ਖਾਨੀ ਪਾਰਸੀ ਮਿਲ ਕੇ ਠੀਕ ਹੈ ਜੀ ਕੁਛ ਹੈ ਜਿਹੜੇ ਚਨਿਓਟੀ ਗਰੁੱਪ ਹੈ ਜਾਂ ਗਾਂਡੇ ਸ਼ਾਂਡੇ ਛੋਟੇ ਲੈਵਲ ਦੇ ਪਿੱਦੇ ਲੈਵਲ ਦੇ ਗਾਂਡੇ ਸ਼ਾਂਡੇ ਸੀ ਅੱਛਾ ਜੀ ਉਹ ਤੋਂ ਬਾਅਦ ਤੋਂ ਫਿਰ ਮੌਲਵੀਆਂ ਦਾ ਵੀ ਕਰਾਇਆ ਉਹਨੇ ਇਤਜਾਜ ਜਾਂ ਕੀ ਹੋਇਆ ਉਹਨੇ ਇਹਨਾਂ ਨੂੰ ਕਾਦੀਆਂ ਨੂੰ ਨਾਨ ਮੁਸਲਿਮ ਡਿਕਲੇਅਰ ਆਈ ਵਿਸ਼ ਹੀ ਵੁੱਡ ਨਾਟ ਹੈਵ
ਨੌਨ ਮੁਸਲਿਮ ਡਿਕਲੇਅਰ ਕੀਤਾ, ਲਓ ਜੀ ਕਾਦੀਆਨੀਆਂ ਨੇ ਫਿਰ ਫੜ ਲਈ ਛੁਰੀ। ਉਹਨਾਂ ਨੇ ਕਿਹਾ ਹੁਣ ਤੈਨੂੰ ਤੇ ਅਸੀਂ ਤਲ ਦਿੰਦੇ ਆ। ਅੱਛਾ, ਹੁੰਦਾ ਇਹ ਹੈ ਕਿ ਇਹ ਕਾਦੀਆਨੀ, ਜ਼ਾਇਨਿਸਟ ਔਰ ਹਿੰਦੂਵਾਤਾ ਇਹ ਡਿਕਟੇਟ ਕਰਦੇ ਆ ਅਮਰੀਕੀ ਡੀਪ ਸਟੇਟ ਨੂੰ ਹਾਊ ਟੂ ਐਕਟ ਟੂ ਅਮਰੀਕਾ, ਜਿਹੜੀ ਵੀ ਉਸ ਵਕਤ ਗਵਰਨਮੈਂਟ ਹੁੰਦੀ ਹੈ। ਅਮਰੀਕਾ ਨੇ ਜ਼ੁਲਫਕਾਰ ਅਲੀ ਭੁੱਟੋ ਨੂੰ ਨਹੀਂ ਉਤਾਰਿਆ ਔਰ ਫਾਂਸੀ ਦਿਲਵਾਈ, ਟਰਸਟ ਮੀ। ਕਾਦੀਆਨੀਆਂ ਨੇ ਉਤਰਵਾਇਆ ਔਰ ਕਾਦੀਆਨੀਆਂ ਨੇ ਫਾਂਸੀ ਦਿਲਵਾਈ। ਦੇ ਯੈਸ, ਅਮਰੀਕਾ ਨੂੰ ਯੂਜ਼ ਕੀਤਾ ਗਿਆ। ਇਸੇ ਤਰ੍ਹਾਂ ਜਿਸ ਤਰ੍ਹਾਂ ਜ਼ਾਇਨਿਸਟ ਅਮਰੀਕਾ ਨੂੰ ਯੂਜ਼ ਕਰ ਰਹੇ ਆ ਇਰਾਨ ਨੂੰ ਕ੍ਰਸ਼ ਕਰਨ ਲਈ, ਜਾਂ ਕਰਨਾ ਕੀ ਆਪ ਕ੍ਰਸ਼ ਹੋ ਰਹੇ ਨੇ। ਠੀਕ ਹੈ ਜੀ। ਉਹ ਤੋਂ ਬਾਅਦ ਤੋਂ ਤੁਸੀਂ ਦੇਖ ਲਓ ਸਾਰੇ ਮਿਰਜ਼ਾ ਅਸਲਮ ਬੇਗ ਵੀ ਕਾਦੀਆਨੀ ਗਰੁੱਪ ਦਾ, ਸਾਰੇ ਚੀਫਸ ਜਿੰਨੇ ਨੇ ਨਾ ਜੀ, ਇਹ ਕਾਦੀਆਨੀ ਰਹੇ। ਇਹ ਤੁਸੀਂ ਕਿਸੇ ਨੋਟ ਕਰ ਲਓ ਚੀਜ਼। ਫੌਜ 'ਚ ਸਾਰੇ ਭਰੇ ਨੇ, ਸਿਵਲ ਬਿਊਰੋਕ੍ਰੇਸੀ ਭਰੇ ਨੇ, ਕੰਟਰੋਲ। ਹੁਣ ਮੁਨੀਰਾ ਮਿਸਤਰੀ ਸੂਅਰ ਇਜ਼ ਦਾ ਲਾਸਟ ਜਨਰਲ ਮੇਰੇ ਖਿਆਲ ਦੇ ਮੁਤਾਬਕ, ਐਂਡ ਆਈ ਪ੍ਰੇ ਇਹਨਾਂ ਦਾ ਆਖਰੀ ਜਨਰਲ ਹੈ। 10-10 ਸਾਲ ਇਹ ਦਵਾਉਂਦੇ ਆਪਣੀ ਕਾਦੀਆਨੀ ਜਨਰਲ ਨੂੰ, ਜਿਸ ਤਰ੍ਹਾਂ ਜ਼ਿਆ ਨੂੰ ਦਵਾਏ, ਮੁਸ਼ਰਫ ਨੂੰ ਦਵਾਏ, ਉਹਨੂੰ ਕਿਆਨੀ ਨੂੰ 2 ਟਰਮਸ ਦਵਾਤੀਆਂ, ਬਾਜਵੇ ਨੂੰ 2 ਟਰਮਸ ਦਵਾਤੀਆਂ। ਇਹਨੂੰ 10 ਸਾਲ ਦਵਾਉਣ ਦੇ ਚੱਕਰ 'ਚ ਹੈ। ਇਨਸ਼ਾਅੱਲਾ ਇਹ ਉਹ ਤੋਂ ਪਹਿਲਾਂ ਡਿਗੇਗਾ, ਮੂੰਹ ਪਨੀ ਡਿਗੇਗਾ। ਠੀਕ ਹੈ ਜੀ। ਪਿੱਛੇ ਇਹਨਾਂ ਦਾ ਥਾਟ ਹੁੰਦਾ ਆ, ਇਹ ਲਿਬਰਲ ਡੈਮੋਕ੍ਰੈਟਿਕ ਕੈਪੀਟਲਿਸਟ ਸਿਸਟਮ ਨੂੰ ਐਕਸਪਲੋਇਟ ਕਰਕੇ, ਉਹਦਾ ਇਸਤੇਸਾਲ ਕਰਕੇ ਪਿੱਛੇ ਇਹ 3 ਬਲੈਕ ਫੋਰਸਸ ਨੇ। ਠੀਕ ਹੈ ਜੀ। ਇਹ ਡਾਰਕ ਸੁਸਾਇਟੀਜ਼ ਨੇ। ਠੀਕ ਹੈ ਜੀ। ਇਹ ਤਿੰਨੋਂ ਸੀਕ੍ਰੇਟ ਸੁਸਾਇਟੀਜ਼ ਨੇ। ਹੈ ਕੀ ਹੈ? ਜਸਟ ਲਾਈਕ ਫ੍ਰੀ ਮੈਸਨ, ਐਲਮਨੈਟੀ, ਆਬਜੈਕਟਿਵ ਇੱਕ ਹੀ ਹੈ, ਹਾਊ ਟੂ ਕੰਟਰੋਲ ਪਬਲਿਕ ਓਪੀਨੀਅਨ। ਫ੍ਰੀ ਵੇਵਸ ਮੈਂ ਤੁਹਾਨੂੰ ਦੱਸਿਆ ਸੀ ਕਿਸ ਤਰ੍ਹਾਂ ਕੰਟਰੋਲ ਕੀਤੀਆਂ ਗਈਆਂ। ਨਿਕਸਨ ਨੇ ਸਭ ਤੋਂ ਪਹਿਲਾਂ ਕੰਟਰੋਲ ਦਾ ਕਿਹਾ, ਰੇਡੀਓ ਦਾ। ਉਹ ਤੋਂ ਬਾਅਦ ਤੋਂ ਕੇਬਲ ਟੀਵੀ ਦਾ ਕਲਿੰਟਨ ਨੇ ਕੰਟਰੋਲ ਕੀਤਾ। ਉਹ ਮੋਨਿਕਾ ਲੈਵਿੰਸਕੀ ਵਾਲਾ ਹੈ ਜੀ, ਉਹ ਵੀ ਜ਼ਾਇਨਿਸਟ ਨੇ। ਉਹ ਜ਼ਾਇਨਿਸਟ ਦੇ ਪੇਰੋਲ ਤੇ ਸੀ ਮੋਨਿਕਾ ਲੈਵਿੰਸਕੀ। ਠੀਕ ਹੈ ਨਾ ਜੀ। ਔਰ ਮੈਨੂੰ ਪਤਾ ਸੀ ਕਿ ਜ਼ਾਇਨਿਸਟ ਕਦੀ ਵੀ ਨਹੀਂ ਹੋ ਸਕਦਾ ਹੈ ਹਿਲਰੀ ਕਲਿੰਟਨ ਨੂੰ ਜਿੱਤਣ ਦੇਣ। ਠੀਕ ਹੈ ਜੀ। ਹੁਣ ਤੁਹਾਨੂੰ ਸਮਝ ਆਉਣ ਲੱਗੇਗੀ ਕਿ ਕਿਸ ਤਰ੍ਹਾਂ ਇਨ ਪਾਕਿਸਤਾਨ, ਇਨ ਯੂਕੇ, ਇਨ ਯੂਐਸਏ, ਇਹ ਬਾਕੀ ਜਗ੍ਹਾ ਕੋਈ ਐਡਾ ਦਾ ਨਹੀਂ ਲਾ ਸਕੇ। ਹਾਲੈਂਡ ਇਹਨਾਂ ਦੇ ਥੋੜੇ ਜਿਹੇ ਰਾਬਤੇ ਹੈ, ਮੈਂ ਦੇਖਿਆ। ਯੂਰਪ ਦੇ ਕੁਝ ਜਗ੍ਹਾ ਬਲਕਿ ਵੈਕਿਊਮ ਸੀ। ਤੇ ਇੱਕ ਹੋਰ ਇਹਨਾਂ ਦੀ ਨਸਲ ਦਾ ਹੀ ਆਦਮੀ, ਤਾਹਿਰ ਕਾਦਰੀ, ਉਹ ਵੀ ਇੱਕ ਮੁਸਲਮਾਨਾਂ ਦੀ ਕੰਟਰੋਲ ਬ੍ਰਾਂਚ, ਜਿਹਨੇ ਕਿ ਥੋੜੀਆਂ ਜੀਆਂ ਉਹਦੇ 'ਚ ਕੀਤਾ, ਕੈਨੇਡਾ ਵੈਸਟ 'ਚ। ਮਤਲਬ ਮੈਂ ਸਮਝਦਾ ਆ ਇਸਲਾਮ ਤੋਂ ਮੌਲਵੀ ਅਗਰ ਕੋਈ ਜ਼ਿਆਦਾ ਕ੍ਰੈਡਿਟਡ ਹੈ ਇਨ ਦਾ ਵੈਸਟ, ਇਟਸ ਨਾਟ ਗਾਂਧੀ ਸ਼ਾਂਦੀ, ਇਟਸ ਤਾਹਿਰ ਕਾਦਰੀ ਵਿਦ ਅ ਲੋਟ ਆਫ ਇਨਫਲੂਐਂਸ। ਪੋਪ ਨੂੰ ਵੀ ਮਿਲਿਆ। ਪੋਪ ਤੋਂ ਮੈਨੂੰ ਯਾਦ ਆ ਗਿਆ, ਪੋਪ ਨਾਲ ਬੜੀ ਪਿੱਡੀ ਪਿੰਗੀ ਇਹਨੇ ਕੀਤੀ ਟਰੰਪ ਨੇ। ਆਪਣਾ ਇੱਕ ਜੀਜ਼ਸ ਵਾਲਾ ਚੋਗਾ ਜਿਹਾ ਪਾ ਕੇ ਬਾਅਦ ਤੋਂ ਝੂਠ ਬੋਲਿਆ ਕਿ ਨਹੀਂ 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 ਉਹ ਤਾਂ ਰੈੱਡ ਕ੍ਰਾਸ ਵਾਲਾ ਸੀ। ਉਹ ਤੋਂ ਬਾਅਦ ਤੋਂ ਟਵੀਟ ਵੀ ਡਿਲੀਟ ਕੀਤੀ। ਇਟਸ ਆਫਟਰ ਲੌਂਗ ਟਾਈਮ ਟਰੰਪ ਡਿਲੀਟਡ ਦ ਟਵੀਟ। ਉਹ ਪੋਪ ਅਮਰੀਕਨ ਨਜ਼ਦਾਦ ਹੈ, ਉਹ ਬੜਾ ਤੇਜ਼ ਹੈ ਲਿਓ। ਉਹ ਪੈ ਗਿਆ, ਉਹਨੇ ਇਹਦੀ ਟਕਾ ਕੇ ਟੂਈ ਮਾਰੀ। ਤੂੰ ਕੀ ਸਮਝਦਾ ਹੈ ਬਾਕੀ ਲੋਕ ਇਹਨੂੰ ਪੈਂਦੇ ਨਹੀਂ? ਸਰ ਜੀ, ਇਹ ਸਿਰਫ ਕਾਦੀਆਨੀ, ਸਹੂਨੀ ਔਰ ਹਿੰਦੂਵਾਤਾ ਦੇ ਜ਼ੋਰ ਤੇ ਟੱਪਣ ਡੇ ਹੈ। ਸਿਰਫ ਇਹਨਾਂ ਤਿੰਨ ਸੀਕ੍ਰੇਟ ਸੁਸਾਇਟੀਜ਼ ਦੇ ਜ਼ੋਰ ਤੇ ਟੱਪਣ ਡੇ ਹੈ। ਇਹ ਤਿੰਨੋਂ ਸੀਕ੍ਰੇਟ ਸੁਸਾਇਟੀਜ਼ ਦਾ ਹੁਣ ਜ਼ਵਾਲ ਹੋ ਰਿਹਾ। ਮੈਂ ਤੁਹਾਨੂੰ ਦੱਸਾਂ, ਗੁੱਡ ਐਂਡ ਈਵਲ ਦੀ ਜਿਹੜੀ ਲੜਾਈ ਹੈ, ਦਿਸ ਇਜ਼ ਬਿਟਵੀਨ them। ਤੁਸੀਂ ਦੇਖਿਆ ਇਟਾਲੀਅਨ ਪ੍ਰਾਈਮ ਮਿਨਿਸਟਰ ਉੱਥੇ ਚੀਨ ਜਾ ਰਹੀ ਹੈ, ਮੁਹੰਮਦ ਬਿਨ ਸਲਮਾਨ ਚੀਨ ਨਾਲ ਰਾਬਤੇ ਕਰ ਰਿਹਾ, ਯੂਰਪ ਪੂਰਾ ਇਸ ਸਿਸਟਮ ਤੋਂ ਸਾਰੇ ਤੋਂ ਅਲੱਗ ਹੋ ਰਿਹਾ। ਇਹ ਸਾਰੇ ਹੁਣ ਤਨਹਾ ਹੋ ਜਾਣਗੇ। ਉਹ ਜਿਹੜਾ ਸ਼ਾਹਿਦ ਮਜੀਦ ਹੈ ਨਾ, ਡੱਲੇ ਦਾ ਬੱਚਾ ਖਨਜ਼ੀਰ, ਕੱਲ ਫਿਰ ਮੈਂ ਉਹਦੇ ਉੱਤੇ ਕਮੈਂਟ ਉਹ ਹੀ ਲਾਇਆ ਹੋਇਆ ਸੀ, ਹਮਾਰਾ ਕਿਆ ਕਸੂਰ ਹੈ, ਹਮਨੇ ਬਣਾਇਆ ਹੈ। ਛੁਪਾਉਂਦੇ ਕਿਸ ਤਰ੍ਹਾਂ ਹੈ ਗੱਲਾਂ? ਅਸੀਂ ਪਾਕਿਸਤਾਨ ਬਣਾਇਆ, ਹਮਾਰਾ ਇਹ ਕਸੂਰ। ਹਾਂ, ਤੁਹਾਡਾ ਕਸੂਰ ਹੈ ਦੱਲੋ। ਯੈਸ। ਉਹ ਇੱਕ ਬੱਚੇ ਨੇ ਪੁੱਛਿਆ ਪਾਕਿਸਤਾਨ ਕਿਸਨੇ ਬਣਾਇਆ, ਮਾਸਟਰ ਨੇ ਬਲੈਕ बोर्ड ਤੇ। ਉਹ ਇੱਕ ਮੇਰੇ ਵਰਗੇ ਬੱਚਾ ਬੜਾ ਅੱਛਾ ਸੀ, ਉਹਨੇ ਕਿਹਾ ਸਰ ਮੈਨੇ ਨਹੀਂ ਬਣਾਇਆ। ਠੀਕ ਹੈ। ਇਹਨਾਂ ਦੱਲਿਆਂ ਨੇ ਬਣਾਇਆ। ਅਲਾਮਾ ਇਕਬਾਲ ਦਾ ਵੀ ਉਹਦੇ 'ਚ ਲਿਖ ਦਿੱਤਾ ਕਿ ਉਹ ਵੀ
ਅਹਿਮਦੀਅਤ ਉਹਨੇ ਛੱਡ ਦਿੱਤੀ ਸੀ, ਇਸ ਲਈ ਉਹ ਪਾਕਿਸਤਾਨ ਦੇ ਖਿਲਾਫ ਹੋ ਗਿਆ ਬਣਾਉਣ ਦੇ, ਔਰ ਇੰਡੀਆ ਦੇ ਹੀ ਉਹਨੇ ਤਰਾਨੇ ਤਰੋਨੇ ਵੀ ਲਿਖੇ ਔਰ ਸਾਰਾ ਕੁਝ। ਅੱਛਾ, ਇਹ ਤੇ ਮੈਂ ਤੁਹਾਨੂੰ ਬੈਕਗਰਾਉਂਡ ਸਮਝਾ ਰਹੀ ਹਾਂ, ਇਹ ਬੜੀ ਆਥੈਂਟਿਕ ਮੈਂ ਤੁਹਾਨੂੰ ਦੱਸ ਰਿਹਾ ਹਾਊ ਦ ਪ੍ਰੈਜ਼ੀਡੈਂਟਸ ਮੂਵ ਇਨ, ਕਿਸ ਤਰ੍ਹਾਂ ਇਲੈਕਸ਼ਨ ਹੋਏ। ਐਂਡ ਡੂ ਵਾਚ ਲਾਈਕ YouTube ਤੇ ਤੁਸੀਂ ਸਰਚ ਤੇ ਜਾਓਗੇ ਨਾ, ਤੇ ਉੱਥੇ ਡਾਕੂਮੈਂਟਰੀ ਔਨ ਡੋਨਲਡ ਟਰੰਪ ਦੇਖਣਾ। ਆਈ ਲਾਈਕ ਦ ਮੈਨ ਹਿਊਜਲੀ, ਉਹਦੀ ਬੜੀ ਅੱਛੀ ਬਣਾਈ ਹੋਈ ਡਾਕੂਮੈਂਟਰੀ ਹੈ। ਆਈ ਵਿਸ਼ ਉਹ ਆਪਣਾ ਦਮਾਦ ਸਹੂਨੀ ਨਾ ਚਾਹੁੰਦਾ, ਸ਼ਾਇਦ ਸਦਰ ਵੀ ਨਾ ਫਿਰ ਬਣਦਾ। ਹੁਣ ਉਹ ਸਮਝਦਾ ਕਿ ਮੈਂ ਉਹਨਾਂ ਦੇ ਜ਼ਾਇਨਿਸਟ ਬਿਲੀਅਨਰਸ ਦੇ ਜ਼ੋਰ ਤੇ, ਬਈ ਬਾਬਾ ਹੁਣ ਵਕਤ ਬਦਲ ਗਿਆ। ਹੁਣ ਤੋਂ ਚੱਲ ਸਕਦਾ ਸੀ ਜਦੋਂ ਅਮਰੀਕਾ ਵਾਜ਼ ਅ ਨੰਬਰ 1 ਐਮਪਾਇਰ, ਜਦੋਂ ਅਮਰੀਕਾ ਵੈਲਥ ਦੇ ਔਰ ਇਕੋਨਮੀ ਚ ਇਹ ਵੀ ਥੋੜਾ ਜਿਹਾ ਉੱਤੇ ਹੈ ਚੀਨ ਤੋਂ। ਵੀ ਬਾਬਾ ਹੁਣ ਚੀਨ ਨੇ ਕੰਟਰੋਲ ਲੈ ਲਿਆ, ਨਾਰਥ ਕੋਰੀਆ ਨੇ ਕੰਟਰੋਲ ਲੈ ਲਿਆ, ਈਰਾਨ ਨੇ ਕੰਟਰੋਲ ਲੈ ਲਿਆ, ਰਸ਼ੀਆ ਫੈਲ ਗਿਆ, ਛਾ ਗਿਆ। ਰਸ਼ੀਆ ਨਾਲ ਵੀ, ਪੁਟਿਨ ਦੇ ਨਾਲ ਦੋਸਤੀ ਦਾ ਵੀ ਟਰੰਪ ਦਾ ਉਸ ਡਾਕੂਮੈਂਟਰੀ ਦੱਸਿਆ ਇਹਨੇ। ਕੋਈ ਟਰੰਪ ਨੂੰ 2013-14 ਚ ਇੱਕ ਟਵੀਟ ਕੀਤੀ ਸੀ ਕਿ ਕੋਈ ਪੇਜੈਂਟ ਸ਼ੋ ਮੈਂ ਮਾਸਕੋ ਕਰਾਵਾਂ ਔਰ ਇਹ ਉਹ। ਯੈਸ, ਹੀ ਇਜ਼ ਅ ਫਰੈਂਡ ਆਫ ਪੁਟਿਨ, ਇਹਦੇ ਕੋਈ ਸ਼ੱਕ ਨਹੀਂ, ਬਟ ਹੀ ਨੋਜ਼ ਹੀ ਕੈਨੋਟ ਗੈਟ ਮਚ ਫਰਮ ਪੁਟਿਨ, ਕਿਉਂਕਿ ਅਸਲ ਪਾਵਰ ਜਿੱਥੇ ਇਸ ਵਕਤ ਲਾਈ ਕਰਦੀ ਹੈ ਨਾ, ਉਹ ਚਾਈਨਾ ਹੈ। ਅੱਛਾ, ਚਾਈਨਾ ਲੜਿਆ ਜੀ ਬਗੈਰ। ਅੱਜ ਮੈਂ ਤੁਹਾਨੂੰ ਇੱਕ ਹੋਰ ਕੱਲ ਮੈਂ ਨੋਟ ਕਰ ਰਿਹਾ ਸੀ ਕਿ ਤੁਹਾਨੂੰ ਦੱਸਾਂ, ਮੈਨੂੰ ਜ਼ੁਬਾਨੀ ਵੀ ਕਾਫੀ ਕੁਛ ਇਸ ਬੰਦੇ ਦਾ ਪਤਾ, ਲੇਕਿਨ ਮੈਂ ਕਿਹਾ ਕਿ ਤੁਹਾਨੂੰ ਫਰੋਮ ਮਾਈ ਚੈਟ GPT ਇਨਫੋਸ ਤੁਹਾਨੂੰ ਦੱਸਾਂ ਕਿ ਇਹ ਕੀ ਚੀਜ਼ ਹੈ। ਅੱਛਾ ਜੀ, ਮੈਂ ਤੁਹਾਨੂੰ ਇੰਟਰੋਡਿਊਸ ਕਰਾਉਣਾ ਚਾਹੁੰਦਾ ਹਾਂ ਇੱਕ ਬੰਦੇ ਦੇ ਨਾਲ, ਠੀਕ ਹੈ ਨਾ ਜੀ। ਅੱਛਾ, ਇਹ ਹੈ ਜੀ ਲੋ ਜ਼ੂ, ਠੀਕ ਹੈ ਜੀ। ਸਨ ਜ਼ੂ ਵੀ ਇਹਨੂੰ ਕਹਿੰਦੇ ਹੈ। ਡਿਬੇਟ ਵੈਦਰ ਸਨ ਜ਼ੂ, ਲੋਕ ਡਿਬੇਟ ਕਰਦੇ ਹੈ, ਇੰਨੀ ਅਥਾਰਟੀ ਹੈ। ਅੱਛਾ, ਇਹ ਤੋਂ ਬਾਅਦ ਤੋਂ ਲਿਟਲ ਬਾਅਦ ਤੋਂ ਕਨਫਿਊਸ਼ੀਅਸ ਸੀ, ਕਨਫਿਊਸ਼ੀਅਸ ਐਡਮਿਨਿਸਟ੍ਰੇਟਰ ਵੀ ਸੀ, ਪ੍ਰੈਕਟੀਕਲੀ ਉਹਨੇ ਕੀਤਾ ਸ਼ੀਤਾ। ਫਿਲੋਸਫਰ ਇਹਨੂੰ ਜ਼ੂ ਨੂੰ ਮੰਨਦੇ ਆ, ਲੋ ਜ਼ੂ, ਸਨ ਜ਼ੂ, ਠੀਕ ਹੈ ਨਾ ਜੀ। ਇਹਦੀ ਇਨਫਲੂਐਂਸ ਐਂਡ ਲੈਗੇਸੀ ਤੇ ਮੈਂ ਦੇਖ ਰਿਹਾ ਸੀ। ਹਿਸ ਆਈਡੀਆ ਸਪਰੈਡ ਅਕ੍ਰੋਸ ਏਸ਼ੀਆ ਐਂਡ ਲੇਟਰ ਟੂ ਦ ਮਗਰਬ ਚ ਵੀ ਗਿਆ। ਇਨ ਮਿਲਟਰੀ ਲੀਡਰਸ ਨੂੰ ਇਹਨੇ ਇਨਫਲੂਐਂਸ ਕੀਤਾ, ਕਾਰੋਬਾਰੀਆਂ ਨੂੰ, ਸਟ੍ਰੈਟੇਜਿਸਟ ਨੂੰ, ਈਵਨ ਸਿਆਸਤਦਾਨਾਂ ਨੂੰ। ਇਹ ਮਿਲਟਰੀ ਅਕੈਡਮੀਜ਼, ਸਟੱਡੀਡ ਇਨ ਮਾਡਰਨ ਮਿਲਟਰੀ ਅਕੈਡਮੀਜ਼ ਐਂਡ ਬਿਜ਼ਨਸ ਸਕੂਲਸ ਵਰਲਡ ਵਾਈਡ ਪੜ੍ਹਾਇਆ ਜਾਂਦਾ ਹੈ, ਠੀਕ ਹੈ। ਇਸ ਬੰਦੇ ਨੂੰ ਪੜ੍ਹਿਆ ਜਾਂਦਾ, ਠੀਕ ਹੈ ਜੀ। ਅੱਛਾ, ਹੁਣ ਇਹਦੇ ਜ਼ਰਾ ਆ ਜਾਂਦੇ ਆ ਕਿ ਇਹਨੇ ਕਿਹਾ ਕੀ ਇਹਨੇ ਆਰਟ ਆਫ ਵਾਰ ਇੱਕ ਕਿਤਾਬ ਲਿਖੀ ਸੀ, ਦੀ ਆਰਟ ਆਫ ਵਾਰ, ਨੋਟ ਕਰਨਾ ਤੁਸੀਂ, ਠੀਕ ਹੈ। ਅੱਛਾ, ਇਹਦੇ his legacy comes mainly from his book The Art of War. It emphasizes winning without fighting. लड़े बगैर जितना। सू साहब जी, लड़े बगैर जितना, आर्ट ऑफ वार पल्ले बन ਲਈ ਜਦੋਂ 2012-13 ਚ ਸ਼ੀ ਨਵਾਂ ਜਿਹੜਾ ਐਮਪਰਰ ਆਇਆ, ਐਮਪਰਰ ਹੀ ਮੈਂ ਕਹਾਂਗਾ। ਡਿਸੈਪਸ਼ਨ ਐਂਡ ਇੰਟੈਲੀਜੈਂਸ, ਡਿਸੈਪਸ਼ਨ ਐਂਡ ਇੰਟੈਲੀਜੈਂਸ, ਬਗੈਰ ਲੜੇ ਡਿਸੈਪਸ਼ਨ ਐਂਡ ਇੰਟੈਲੀਜੈਂਸ ਕਰਨੀ ਹੈ, ਠੀਕ ਹੈ। ਅੱਛਾ ਜੀ, ਇਹ ਬੋਰਨ ਹੋਇਆ ਅਰਾਊਂਡ 544 BC। ਤੁਸੀਂ ਕਹਿ ਲਓ ਕਿ ਇਹ ਦੇਖੋ ਹੁਣ 2000 ਸਾਲ ਇਹ ਲਾ ਲਓ, ਠੀਕ ਹੈ ਜੀ। 2500 ਸਾਲ ਪਹਿਲਾਂ ਦਾ ਇਹਦਾ ਕਿੱਸਾ ਆ, ਠੀਕ ਹੈ। ਲੇਟ ਸਪ੍ਰਿੰਗ ਐਂਡ ਆਟਮ ਪੀਰੀਅਡ ਇਨ ਐਂਸ਼ੀਅੰਟ ਚਾਈਨਾ ਚ ਇਹ ਪੈਦਾ ਹੋਇਆ ਸੀ। ਸਟ੍ਰੈਟੇਜਿਸਟ, ਫਿਲੋਸਫਰ, ਠੀਕ ਹੈ ਜੀ। ਔਰ ਇੱਕ ਮਿੰਟ, ਅੱਛਾ ਜੀ, ਇਹ ਤਾਂ ਜਿਹੜੀ ਥਿੰਕਿੰਗ ਰਹੀ ਹੈ ਨਾ, famous, he was an ancient Chinese philosopher and general best known for writing The Art of War. ਉਹਦਾ ਜਿਹੜਾ ਸੈਂਟਰਲ ਆਈਡੀਆ ਸੀ ਨਾ, ਉਹ ਸੀ ਕਿ ਵਿਕਟਰੀ ਅਚੀਵ ਕੀਤੀ ਜਾ ਸਕਦੀ ਹੈ ਬਗੈਰ ਲੜੇ ਥਰੂ ਚਾਰ ਚੀਜ਼ਾਂ ਉਹਨੇ ਦੱਸੀਆਂ। ਸਟ੍ਰੈਟੇਜੀ,
ਜਿਹੜੀ ਕਿ ਬਿਲਕੁਲ ਨਹੀਂ ਸੀ ਈਰਾਨ ਵਾਰ 'ਚ। ਇੰਟੈਲੀਜੈਂਸ, ਜ਼ਹਾਨਤ, ਡਿਪਲੋਮੇਸੀ ਐਂਡ ਸਾਈਕੋਲੋਜੀਕਲ ਐਡਵਾਂਟੇਜ। ਚੀਨ ਇਸ ਵਕਤ ਸਾਈਕੋਲੋਜੀਕਲ ਐਡਵਾਂਟੇਜ ਬਹੁਤ ਜ਼ਿਆਦਾ ਲੈ ਗਿਆ। ਡਿਸੈਪਸ਼ਨ ਜਿੰਦਾ ਮੈਂ ਪਹਿਲਾਂ, ਇੰਟੈਲੀਜੈਂਸ, ਡਿਸੈਪਸ਼ਨ, ਯੂ ਮਿਕਸ ਇਟ। ਇਸ ਵਕਤ ਬਹੁਤ ਸਾਰੇ ਲੋਕ ਡਿਸੀਵ ਹੋ ਰਹੇ ਆ, ਕਿਸੇ ਨੂੰ ਪਤਾ ਨਹੀਂ ਉਹਦੀ ਕਿੰਨੀ ਅਥਾਰਟੀ ਹੈ, ਕੁਛ ਛੇੜਨ ਨਹੀਂ ਉਹਨੂੰ ਡਿਆ। ਠੀਕ ਹੈ ਜੀ, ਸਟ੍ਰੈਟਜੀ, ਇੰਟੈਲੀਜੈਂਸ, ਡਿਪਲੋਮੇਸੀ। ਉਹਦਾ ਫੇਮਸ ਪ੍ਰਿੰਸੀਪਲ ਸੂ ਸਾਹਿਬ ਦਾ, ਜਿਹੜਾ ਅੱਜ ਤੋਂ 2500 ਸਾਲ ਪਹਿਲਾਂ ਚੀਨ 'ਚ ਬਹੁਤ ਵੱਡੀ ਸ਼ਖਸੀਅਤ ਸੀ, ਫਿਲੋਸਫਰ ਸੀ। The supreme art of war is to subdue the enemy without fighting. ਆਪਣੇ ਦੁਸ਼ਮਣ ਨੂੰ ਥੱਲੇ ਕਰਕੇ ਰੱਖੋ ਬਗੈਰ ਲੜਾਈ ਤੇ। ਉਹ ਮੇਰੀ ਅੰਮੀ ਇੱਕ ਕੋਈ ਦੱਸਦੀ ਹੁੰਦੀ ਸੀ ਕਿ ਬਸ ਇੱਕ ਓਲਾ ਜਿਹਾ, ਇੱਕ ਪੰਜਾਬੀ ਦੀ ਕਹਾਵਤ ਬੋਲਦੀ ਹੁੰਦੀ ਸੀ ਕਿ ਓਲਾ ਜਿਹਾ ਹੀ ਬਹੁਤ ਹੈ, ਉਹਨਾਂ ਨੂੰ ਪਤਾ ਲੱਗੇ ਰਹਿੰਦਾ ਕਿ ਉਹ ਨਹੀਂ ਇਹਦੇ ਕੋਲ ਤੇ ਪਤਾ ਨਹੀਂ ਕੀ ਕੁਛ ਹੈ। ਹਾਂਜੀ, ਨੋਇੰਗ ਦੋ ਸਮਥਿੰਗ ਲਾਈਕ ਦੈਟ। ਠੀਕ ਹੈ ਜੀ। ਇਹਦੀ ਥਿੰਕਿੰਗ ਫਿਰ ਉਹਨਾਂ ਨੇ ਕਿਹਾ ਕਿ ਸਿਰਫ ਵਾਰਫੇਅਰ ਨੂੰ ਨਹੀਂ ਇਨਫਲੂਐਂਸ ਕੀਤਾ, ਬਿਜ਼ਨਸ ਨੂੰ, ਪੋਲੀਟਿਕਸ ਨੂੰ, ਨੈਗੋਸ਼ੀਏਸ਼ਨ ਸਟ੍ਰੈਟਜੀਜ਼ ਇਵਨ ਟੂਡੇ। ਠੀਕ ਹੈ ਜੀ। ਲੋ ਜੀ, ਇਹ ਸਿਚੁਏਸ਼ਨ ਮੈਂ ਤੁਹਾਨੂੰ ਇਹਦੀ ਦੱਸੀ ਹੈ, ਬਲਕਿ ਮੈਂ ਖੋਲ੍ਹਿਆ ਹੈ ਨਾ ਤੇ ਮੈਂ ਦੇਖ ਰਿਹਾ ਸੀ ਕਿ ਕੁਛ ਥੋੜਾ ਜਿਹਾ ਇਹਦੇ ਤੇ ਕੁਛ ਇਮੇਜਸ ਵੀ ਸੀ ਮੇਰੇ ਰਹਿ ਗਏ ਸੀ ਤੁਹਾਨੂੰ ਦੱਸਣ ਵਾਲੇ। ਤੇ ਲੈਟਸ ਸੀ ਇਟ ਇਜ਼ अपना नियाजी साहब कह रहे थे, चले मान लिया कि हमारे लीडर्स को ये नापाक फौज ब्लैकमेल कर लेती है, फौज के पास बेतहाशा वसाइल हैं, लेकिन मेरा गिला इन सब से ये है कि ये खुलकर बताते क्यों नहीं कि किन किन तरीकों से फौज ने इन्हें ब्लैकमेल कर लिया है। ये ब्लैकमेल होना शुरू हो जाते हैं और पार्टी की पीठ में छुरा घोंप देते हैं। ये बहुत बड़ा जुल्म है। जैसे अब सुहेल अफरीदी और उसकी यंग टीम बिल्कुल ठंडी बर्फ होके बैठ गई है। इमरान खान के साथ बहुत बड़ा जुल्म है। इhtजाजी सियासत नहीं कर सकते तो दफा हो जाओ, साइड पे हो जाओ, किसी दूसरे को मौका दे। वाह जी वाह, क्या गल की। और नजर चौहान बनाओ ओवरसीज का सदर पीटीआई। हेलो, मैं कोई ओहदा नहीं लाऊंगा तो सिर्फ इमरान खान बाहर कटवा के वापस अपना झोला चुक के अमरीका आ जाएंगे, तो सलूट मार देंगे। मेरे ते रखो, मैनू सदर बना दियो, मैनू कोई ओहदा दे दियो। ਲੀਮਾ ਸਾਹਿਬਾ, ਦੇਖਣਾ ਕਰ ਕੰਮ ਕਰਕੇ ਤੁਹਾਨੂੰ ਦਿਖਾਵਾਂਗੇ। ਇਹ ਟੈਡੀ ਟੱਪੀ ਕੰਮ ਨਹੀਂ ਦਿਖਾ ਸਕਣਗੇ। ਅੱਜ ਤੱਕ ਕੋਈ ਸਹੂਨੀਆਂ ਦੇ, ਹਿੰਦੂ ਬਾਤਾ ਦੇ ਔਰ ਮਰਜ਼ਈਆਂ ਦੇ, ਕਾਦੀਆਨੀਆਂ ਦੇ ਖਿਲਾਫ ਨਹੀਂ ਬੋਲ ਸਕੇ। ਬੋਲ ਕੇ ਦਿਖਾਓ ਮੈਨੂੰ। ਠੀਕ ਹੈ ਨਾ ਜੀ। ਉਹ ਕਹਿੰਦੇ ਹੈ ਸੂਰਮਾ ਕਿੱਥੋਂ, ਮਾਈ ਦਾ ਲਾਲ ਕਿੱਥੋਂ ਪੈਦਾ ਹੋ ਗਿਆ, ਔਰ ਇਹ ਹੈ ਉਹ ਹੈ ਜੀ। ਠੀਕ ਹੈ ਜੀ। ਫਿਰ ਮੈਂ ਇੱਕ ਪੜ੍ਹ ਲਿਆ ਸੀ ਸਰ, ਮੈਂ ਤਾਰਿਕ ਜਮੀਲ ਦਾ ਬੜਾ ਅੱਛਾ ਕੱਲ ਉਹਨੇ ਕਿਹਾ ਜੀ ਕਿ ਅਸਲ ਨਾ सुन्नी है ना कोई शिया है, ईरानी मुसलमान है, हमारी पहचान ना देवबंदी ना शिया ना सुन्नी। मैं कल पोस्ट ਲਾਈ ਮੈਂ ਤੇ ਹਰਾਮਜ਼ਾਦੇ ਤਾਰਿਕ ਜਮੀਲ ਦੱਲੇ ਦੇ ਬੱਚੇ ਮਾਦਾ ਪ੍ਰੈਸ ਨੂੰ ਬੜਾ ਰਗੜਦਾ ਹੁੰਦਾ। एक बंदे उमर अली ने बड़ा अच्छा कमेंट किया, सर मौलाना सही फरमाते हैं, लेकिन मौलाना को भी अल्लाह सुब्हाना तआला ने मौका दिया था उम्मत को ठीक करने का, लेकिन राइवंड में इकट्ठे तो हो जाते हैं, तबलीग पर भी निकल जाते हैं, लेकिन जालिम और इंसानियत के कत्ले आम पे, इनजस्टिस के खिलाफ, एलीट के खिलाफ, हम में मसावत और बराबरी हो गई उसके खिलाफ, और इक्वल डिस्ट्रीब्यूशन ऑफ वेल्थ के खिलाफ नहीं होते, सोशलिज्म की बात नहीं करते। ये कोई मौलाना और तमाम उम्मत और तमाम मौलाना हजरात से पूछें। बड़ा अच्छा सवाल है उमर साहब, तुसी पूछो इनू टूए जेनू भैन चो रंडिया तो उत्ते आने वाला है, रंडिया दी चुमदा रहिंदा है ये भी। फिर एक कमेंट सी कि जेरेड कृष्णर जो कि नेतन्याहू के दोस्त का बेटा है, सेहूनी है, और उसके पास अमरीकी हुकूमत में कोई ओहदा नहीं, लेकिन उसके बावजूद अमरीकी गवर्नमेंट की तरफ से टॉप सीक्रेट माहदे और सौदेबाजी कर रहा है। प्रॉपर्टी का उसका काम था, लेकिन ट्रंप का दामाद होने की वजह से मोहम्मद बिन सलमान ने उसके कंपनी में $2 अरब इन्वेस्ट किए, और उसने वही $2 अरब इसराइल की फर्म में इन्वेस्ट कर दिए और कहा कि जेरेड कृष्णर
مشرق وسطی اور اسرائیل کے درمیان انویسٹمنٹ کوریڈور بنائے گا۔ اسٹیو ویٹکوف بھی صہیونی ہے، پراپرٹی ڈیلر ہے اور امریکی حکومت میں اس کا عہدہ امریکی صدر کا مشرق وسطی کا نمائندہ ہے۔ ٹرمپ کی بیٹی یہودی مذہب اڈاپٹ کر چکی ہے کیونکہ یہ کشنر کی شرط تھی۔ اب پاکستانی فوج نے اسٹیو وٹکوف کے بیٹے کے ساتھ کرپٹو کے کاروبار میں سرمایہ کاری کی ہے۔ جنرل بخاری کور کمانڈر پشاور کا داماد اسٹیو وٹکوف کے بیٹے کے ساتھ کاروبار میں حصہ دار ہے۔ روزویلٹ ہوٹل کی ڈیل اسٹیو وٹکوف کے بیٹے کے ساتھ کی گئی ہے اور تمام معاہدہ سیکرٹ ہے۔ کرپٹو میں بھی جرنیلوں اور وٹکوف کا جنرل بخاری کے ذریعے معاہدہ ہے۔ جنرل بخاری کے داماد کو پاکستان میں کرپٹو کنٹرول کرنے والے ادارے کا سربراہ بھی بنایا گیا ہے۔ ٹھیک ہے جی، سوال یہ ہے کہ کیا وجوہات تھی کہ جنرل عاصم خنزیر کو جب 28 ستمبر 2018 میں اسٹار جنرل بنایا گیا تھا تو وہ دوسرے جرنیلوں کی طرح اگست 2022 میں ریٹائر ہو جاتا، لیکن کون سی طاقت تھی کہ وہ غائب ہو گیا اور 26 نومبر 2022 کو بھی ریٹائر نہ ہوا اور قانونی ریٹائرمنٹ کے 3 دن بعد آرمی چیف بن گیا؟ بہت بڑا سوال ہے، کبھی کسی نے کیتا نہیں۔ میں تو کیا اسی عمران خان ہوں، چیلنج اٹ ان سپریم کورٹ۔ آئی کانٹیکٹڈ ہو جڑا ایس ایم ظفر دا بیٹا ہے بیرسٹر علی ظفر، نو جی نو عمران خان دے آرڈر ہے، پنگا نہیں لینا، پنگا نہیں لینا، ٹھیک ہے، ٹو ہی مرواؤ، پنگا نہیں لینا، ٹو ہی مرواؤ۔ کینیڈی نے پنگا لیا، ٹھیک ہے، انہوں نے قتل کر دیتا، بٹ ہی ڈیزرو ایکولیٹس، یو گائز ڈونٹ ڈیزرو ایکولیٹس دین۔ کیا اس کے پیچھے محمد بن سلمان اسرائیل تھے؟ سوال تو بنتا ہے کہ عاصم خنزیر کے پیچھے کون تھا؟ نہیں، بالکل سعودی۔ محمد بن سلمان زیادہ سی ویسے دبئی دے حکمران نالا۔ کیا عاصم خنزیر کو صہیونی طاقتوں نے پہلے ریکروٹ کر لیا تھا جیسے جاسوسی کرنے والے ادارے کرتے ہیں؟ پاکستان شاید دنیا میں واحد ملک ہے جہاں فلسطین کے لیے آواز نہیں اٹھا سکتے اور اسرائیل کے خلاف بات نہیں کر سکتے۔ وہ کیا وجوہات ہیں کہ پاکستان میں اسرائیل کے خلاف بات کرنے پر پابندی ہے؟ کیا یہ جنرل بخاری کو بھی صہیونی طاقتوں نے پہلے سے ریکروٹ کر لیا تھا اور اسے پشاور کا کور کمانڈر افغانستان میں صہیونی مفادات پورے کرنے کے لیے لگایا گیا ہے؟ ذرا جذبات کے بغیر مصنوعی ذہانت کے پلیٹ فارم استعمال کر کے سوال تو کریں۔ پیر کہندے ہے جی نظر صاحب بڑے پیڑے نے۔ ٹھیک ہے جی، صہیونیاں دا لایا ہویا عاصم منیرہ مستری سور اور صہیونیاں دا لایا ہویا ٹرمپ ساری دنیا نو برباد کرن تے تلے آئے۔ کل تک لی اجازت، اپنا بہت خیال رکھو، اللہ نے